आदाब नमस्कार सत श्रीकाल जी। प्रोग्राम देख रहे सारे दर्शਕਾਂ ਨਿੱਘਾ ਸਵਾਗਤ ਹੈ ਜੀ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਤੇ ਮੈਂ ਕਵਿਤਾ ਸਿੰਘ ਅੱਜ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਸਾਡੇ ਸਟੱਡੀ ਵੀਜ਼ਾ ਐਕਸਪਰਟ ਨੂੰ ਲੈ ਕੇ। ਸੋ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਡਿਸਕਸ ਕਰਦੇ ਹਾਂ ਜੀ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਕੁਐਸਚਨਸ, ਜਿਹੜੇ ਕਿ ਸਾਡੇ ਦਰਸ਼ਕਾਂ ਦੇ ਵਾਸਤੇ ਜੀ ਉਹਨਾਂ ਦੇ ਜਵਾਬ ਬਹੁਤ ਇੰਪੋਰਟੈਂਟ ਹੁੰਦੇ ਨੇ। ਸੋ ਜਿਸ ਤਰ੍ਹਾਂ ਹੁਣ ਦਰਸ਼ਕਾਂ ਨੂੰ ਪਤਾ ਹੈ ਕਿ ਹਾਂਜੀ ਹੌਲੀ ਹੌਲੀ ਕੰਮ ਜਿਹੜਾ ਹੈਗਾ ਸਾਰਾ ਸ਼ੁਰੂ ਹੋ ਰਿਹਾ ਹੈਗਾ, ਫਲਾਈਟਸ ਸ਼ੁਰੂ ਹੋ ਰਹੀਆਂ ਹੈਗੀਆਂ ਨੇ, ਵੀਜ਼ੇ ਜਿਹੜੇ ਹੈਗੇ ਨੇ ਉਹ ਵੀ ਲੱਗਣੇ ਸ਼ੁਰੂ ਹੋ ਰਹੇ ਹੈਗੇ ਨੇ, ਆਫਰ ਲੈਟਰਸ ਆ ਰਹੀਆਂ ਨੇ, ਆਨਲਾਈਨ ਐਡਮਿਸ਼ਨਸ ਚੱਲ ਰਹੀਆਂ ਹੈਗੀਆਂ ਨੇ। ਤੇ ਫਿਲਹਾਲ ਜੀ ਇਸ ਤੋਂ ਇਲਾਵਾ ਹੋਰ ਵੀ ਕਈ ਸਵਾਲ ਜਿਹੜੇ ਹੈਗੇ ਨੇ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਹੈਗੇ ਨੇ। ਤੁਸੀਂ ਇਹਨਾਂ ਸਵਾਲਾਂ ਨੂੰ ਜ਼ਰੂਰ ਡਿਸਕਸ ਕਰਿਆ ਕਰੋ ਤੇ ਉਹਦੇ ਜਵਾਬ ਜਿਹੜੇ ਨੇ ਜੀ ਤੁਹਾਨੂੰ ਦੇਣਗੇ ਸਾਡੇ ਸਟੱਡੀ ਵੀਜ਼ਾ ਐਕਸਪਰਟ। ਤੇ ਹੁਣ ਇਸ ਯਾਨੀ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਤੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ, ਜਿਨ੍ਹਾਂ ਨੂੰ ਅੱਜ ਅਸੀਂ ਖਾਸ ਤੌਰ ਤੇ ਇਨਵਾਈਟ ਕੀਤਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦੀ ਸ਼ੋ। ਸਤਿ ਸ਼੍ਰੀ ਅਕਾਲ। ਸੋ ਲੈਂਡਮਾਰਕ ਇਮੀਗ੍ਰੇਸ਼ਨ ਦਾ ਫੇਸਬੁੱਕ ਪੇਜ ਲਾਈਕ ਜ਼ਰੂਰ ਕਰ ਸਕਦੇ ਹੋ ਜੀ, ਤਾਂ ਕਿ ਤੁਹਾਨੂੰ ਘਰ ਬੈਠੇ ਬਿਠਾਏ ਵੀ ਪ੍ਰੋਗਰਾਮ ਅਗਰ ਤੁਸੀਂ ਮਿਸ ਵੀ ਕਰ ਦਿੰਦੇ ਹੋ ਤਾਂ ਤੁਸੀਂ ਫੇਸਬੁੱਕ ਪੇਜ ਦੇ ਜ਼ਰੀਏ ਵੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਟਾਈਮ ਟੂ ਟਾਈਮ ਮਿਲਦੀ ਰਹਿੰਦੀ ਹੈ। ਤੇ ਇਸ ਦੇ ਨਾਲ ਹੀ ਜੀ ਇਹਨਾਂ ਦਾ YouTube ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਆਪਣੇ ਸਵਾਲ ਸਾਂਝੇ ਕਰਨ ਦੇ ਵਾਸਤੇ ਤੁਸੀਂ ਇਹਨਾਂ ਦਾ ਨੰਬਰ ਨੋਟ ਜ਼ਰੂਰ ਕਰ ਸਕਦੇ ਹੋ ਤੇ ਲਾਈਵ ਸੈਸ਼ਨ ਜਦੋਂ ਵੀ ਹੋਏਗਾ ਜੀ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਉੱਥੇ ਵੀ ਇਹਨਾਂ ਦੇ ਨਾਲ ਲਾਈਵ ਗੱਲਬਾਤ ਕਰ ਸਕਦੇ ਹੋ। ਤੇ ਫਿਲਹਾਲ ਸਰ, ਜਿਸ ਤਰ੍ਹਾਂ ਅਸੀਂ ਹਮੇਸ਼ਾ ਕੈਨੇਡਾ ਦੇ ਬਾਰੇ ਡਿਸਕਸ ਕੀਤਾ, ਅਬਰ ਤਾਂ ਬਾਕੀ ਜਿਹੜੀਆਂ ਯੂਰਪੀਅਨ ਕੰਟਰੀਜ਼ ਹੈਗੀਆਂ ਨੇ ਲੱਗਦੇ ਵੀ ਹਾਂਜੀ ਉਹ ਵੀ ਵੀਜ਼ੇ ਦੇਣਗੀਆਂ ਜਾਂ ਉਹਨਾਂ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਵੀ ਸ਼ੁਰੂ ਹੋ ਚੁੱਕਿਆ, ਉਹ ਵੀ ਆਨਲਾਈਨ ਜਿਹੜੀਆਂ ਫਾਈਲਸ ਹੈਗੀਆਂ ਨੇ ਐਕਸੈਪਟ ਕਰ ਰਹੇ ਨੇ। ਸੇ ਪਹਿਲਾਂ ਆਪਾਂ ਯੂਕੇ ਦੀ ਗੱਲ ਕਰ ਲੈਂਦੇ ਹਾਂ ਕਿ ਸਟੱਡੀ ਇਨ ਯੂਕੇ ਬਹੁਤ ਜ਼ਿਆਦਾ ਫੇਮਸ ਹੈ ਔਰ ਬਹੁਤ ਜ਼ਿਆਦਾ ਸਟੂਡੈਂਟ ਪਸੰਦ ਕਰਦੇ ਨੇ ਪੰਜਾਬ ਤੋਂ ਯੂਕੇ 'ਚ ਪੜ੍ਹਨਾ। ਇੱਕ ਤਾਂ ਸਪਾਊਸ ਅਲਾਉਡ ਹੁੰਦਾ ਯੂਕੇ 'ਚ ਜਾਣਾ। ਸੋ ਜੇ ਤੁਸੀਂ ਗ੍ਰੈਜੂਏਟ ਹੋ ਔਰ ਮਾਸਟਰਸ ਕਰਨ ਲਈ ਜਾ ਰਹੇ ਹੋ ਤਾਂ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਫਿਰ ਕਿਤੇ ਨਾ ਕਿਤੇ ਸਟੱਡੀ ਇਨ ਯੂਕੇ ਵਿੱਚ ਆਈਲੈਟਸ ਦਾ ਵੇਵਰ ਮਿਲ ਜਾਂਦਾ। ਜੇ ਤੁਹਾਡੇ ਇੰਗਲਿਸ਼ 'ਚ 65% ਤੋਂ ਨੰਬਰ ਜ਼ਿਆਦਾ ਹੈਗੇ ਆ ਤਾਂ ਤੁਸੀਂ ਆਈਲੈਟਸ ਦਾ ਵੇਵਰ ਵੀ ਲੈ ਸਕਦੇ ਹੋ। ਔਰ ਕੁਝ ਯੂਨੀਵਰਸਿਟੀਜ਼ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਦਾ ਆਪਣਾ ਆਈਲੈਟਸ ਦਾ ਟੈਸਟ ਹੁੰਦਾ। ਸੋ ਤੁਸੀਂ ਬਿਨਾਂ ਆਈਲੈਟਸ ਤੋਂ ਵੀ ਯੂਕੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ ਸਭ ਤੋਂ ਵੱਡੀ ਨਿਊਜ਼ ਇਹ ਆਈ ਯੂਕੇ ਤੋਂ ਕਿ ਯੂਕੇ ਨੇ ਇਮੀਗ੍ਰੇਸ਼ਨ ਬਿੱਲ ਪਾਸ ਕਰਤਾ ਹੈ ਕਿ ਜਿਹੜੇ ਕਿ 70 ਪੁਆਇੰਟ ਜਿਹੜੇ ਵੀ ਇੱਥੋਂ ਪੜ੍ਹਨ ਜਾਣਗੇ ਉਹ ਜੇ ਉਹਨਾਂ ਦੇ ਪੁਆਇੰਟ ਪੂਰੇ ਹੋਣਗੇ ਜਿਵੇਂ ਕਿ ਕੈਨੇਡਾ 'ਚ ਹੁੰਦਾ ਤਾਂ ਉਹ ਇਮੀਗ੍ਰੇਸ਼ਨ ਲੈ ਪਾਣਗੇ ਯੂਕੇ ਦੀ। ਸੋ ਬਹੁਤ ਹੀ ਵੱਡਾ ਨਿਊਜ਼ ਹੈਗੀ ਹੈ, ਖਾਸ ਕਰਕੇ ਜਿਹੜੇ ਸਟੂਡੈਂਟਸ ਯੂਕੇ ਪੜ੍ਹਨ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਕਿ ਇਮੀਗ੍ਰੇਸ਼ਨ ਬਿੱਲ ਪਾਸ ਹੋ ਗਿਆ ਔਰ ਜਨਵਰੀ 2021 'ਚ ਇੰਪਲੀਮੈਂਟ ਹੋ ਜਾਏਗਾ ਇਮੀਗ੍ਰੇਸ਼ਨ ਬਿੱਲ। ਸੋ ਜਿਹੜੇ ਵੀ ਸਟੂਡੈਂਟਸ ਉੱਥੇ ਅੰਡਰ ਗ੍ਰੈਜੂਏਟ ਡਿਗਰੀਜ਼ ਜਾਂ ਮਾਸਟਰ ਡਿਗਰੀਜ਼ ਕਰਨ ਜਾਣਗੇ, ਉਹ ਲਾਸਟ ਈਅਰ ਅਨਾਊਂਸ ਕੀਤਾ ਸੀ ਯੂਕੇ ਨੇ ਕਿ ਉਹਨਾਂ ਸਾਰਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਗੇ 2 ਸਾਲ ਦਾ। ਸੋ ਜਿੰਨੇ ਸਟੂਡੈਂਟ ਜਾਣਾ ਚਾਹੁੰਦੇ ਨੇ, ਸਪੋਜ਼ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ ਗਏ ਹੋ, ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਰਹੇ ਹੋ ਔਰ ਤੁਸੀਂ ਸੈਕਿੰਡ ਆਪਸ਼ਨ ਦੇਖ ਰਹੇ ਹੋ ਤਾਂ ਯੂਕੇ ਇੱਕ ਅੱਛੀ ਸਟੱਡੀ ਵੀਜ਼ਾ ਆਪਸ਼ਨ ਹੈਗੀ ਹੈ। ਵਰਲਡ ਦੀਆਂ ਟੌਪ ਮੋਸਟ ਯੂਨੀਵਰਸਿਟੀਜ਼ ਆਰ ਲੋਕੇਟਡ ਇਨ ਯੂਕੇ। ਸੋ ਜੇ ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ ਔਰ ਦੇਖਦੇ ਹੋ ਕਿ ਤੁਸੀਂ ਅੱਛਾ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਯੂਕੇ ਇੱਕ ਬਹੁਤ ਅੱਛੀ ਡੈਸਟੀਨੇਸ਼ਨ ਹੈ। ਸੋ ਜੇ ਆਈਲੈਟਸ ਦੀ ਰਿਕੁਆਇਰਮੈਂਟ ਕਵਾਂ ਤਾਂ ਬਹੁਤ ਸਾਰੀ ਯੂਨੀਵਰਸਿਟੀਆਂ ਦੀ ਓਵਰਆਲ 6 ਬੈਂਡ ਦੀ ਰਿਕੁਆਇਰਮੈਂਟ ਹੈ ਔਰ ਕੁਝ ਯੂਨੀਵਰਸਿਟੀਆਂ ਦੀ 5.5 ਈਚ ਦੀ ਰਿਕੁਆਇਰਮੈਂਟ ਵੀ ਹੈਗੀ ਹੈ। ਪਰ ਕੁਝ ਯੂਨੀਵਰਸਿਟੀਜ਼ ਨੇ ਆਪਣਾ ਵੀ ਇੰਗਲਿਸ਼ ਦਾ ਟੈਸਟ ਬਣਾਇਆ ਹੋਇਆ ਔਰ ਜੇ ਤੁਸੀਂ ਉਹ ਇੰਗਲਿਸ਼ ਦਾ ਟੈਸਟ ਕਲੀਅਰ ਕਰ ਲੈਂਦੇ ਹੋ ਤਾਂ ਉਸ ਯੂਨੀਵਰਸਿਟੀ 'ਚ ਤੁਹਾਨੂੰ ਐਡਮਿਸ਼ਨ ਮਿਲ ਜਾਂਦੀ ਹੈ। ਸੋ ਯੂਕੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਤੁਹਾਨੂੰ ਕੋਈ ਪੁਰਾਣੇ ਫੰਡ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸਿਰਫ 28 ਦਿਨ ਪੁਰਾਣੇ ਲਿਵਿੰਗ ਕਾਸਟ ਤੁਸੀਂ ਸ਼ੋਅ ਕਰਨੀ ਹੁੰਦੀ ਆਪਣੀ ਜਦੋਂ ਤੁਸੀਂ ਯੂਕੇ ਪੜ੍ਹਨ ਜਾਣਾ। ਸੋ ਬਹੁਤ ਹੀ ਰੁਝਾਨ ਹੈਗਾ ਅੱਜ ਦੀ ਡੇਟ 'ਚ। ਕੈਨੇਡਾ ਤੋਂ ਬਾਅਦ ਮੇਰੇ ਹਿਸਾਬ ਨਾਲ 2 ਕੰਟਰੀਜ਼ 'ਚ ਸਟੂਡੈਂਟ ਪ੍ਰੈਫਰ ਕਰ ਰਿਹਾ ਜਾਣਾ, ਯੂਕੇ ਐਂਡ ਜਰਮਨੀ ਜੀ। ਸੋ ਯੂਕੇ ਇੱਕ ਬਹੁਤ ਹੀ ਅੱਛੀ ਡੈਸਟੀਨੇਸ਼ਨ ਹੈ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਔਰ ਮੇਰੇ ਤੋਂ ਪਰਸਨਲੀ ਆਪਣੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਕਾਈਂਡਲੀ ਸੈਂਡ ਯੋਰ ਡਾਕੂਮੈਂਟਸ ਐਟ info@landmarkimmigration.com। ਤੁਸੀਂ ਆਪਣੇ ਡਾਕੂਮੈਂਟਸ ਇਸ ਈਮੇਲ ਆਈਡੀ ਤੇ ਭੇਜੋ, ਮੈਂ ਪਰਸਨਲੀ ਅਸੈਸ ਕਰਾਂਗਾ ਐਂਡ ਆਈ ਵਿਲ ਗਾਈਡ ਯੂ ਵਾਟ ਆਰ ਦ ਆਪਸ਼ਨਸ ਅਵੇਲੇਬਲ ਫॉर ਯੂ ਇਨ ਯੂਕੇ। ਕਿਉਂਕਿ ਯੂਕੇ ਵਿੱਚ
ਕੁਝ ਮਾਸਟਰ ਡਿਗਰੀ ਇਦਾਂ ਦੀਆਂ ਵੀ ਹੈਗੀਆਂ ਜਿਨ੍ਹਾਂ ਦਾ ਟਾਈਮ ਸਿਰਫ 1 ਸਾਲ ਦਾ ਹੈਗਾ। ਸੋ 1 ਸਾਲ ਦੀ ਪੜ੍ਹਾਈ ਤੋਂ ਬਾਅਦ ਤੁਸੀਂ ਮਾਸਟਰ ਡਿਗਰੀ ਕਰਕੇ 1 ਸਾਲ ਦੀ ਪੇਡ ਇੰਟਰਨਸ਼ਿਪ ਲੈ ਸਕਦੇ ਹੋ ਔਰ 2 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਜੇ ਤੁਸੀਂ ਯੂਕੇ ਪੜ੍ਹਨ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਯੂਕੇ ਵਿੱਚ ਬੈਨੀਫਿਟਸ ਹੈਗੀਆਂ। ਔਰ ਕੁਝ ਸਟੂਡੈਂਟ, ਸਾਰੇ ਸਟੂਡੈਂਟ ਕੈਨੇਡਾ ਨਹੀਂ ਜਾਣਾ ਚਾਹੁੰਦੇ, ਕੁਝ ਸਟੂਡੈਂਟ ਯੂਕੇ ਵੀ ਜਾਣਾ ਚਾਹੁੰਦੇ ਹੈ, ਕੁਝ ਸਟੂਡੈਂਟ ਆਸਟ੍ਰੇਲੀਆ ਵੀ ਜਾਣਾ ਚਾਹੁੰਦੇ ਹੈ, ਕੁਝ ਸਟੂਡੈਂਟ ਨਿਊਜ਼ੀਲੈਂਡ ਵੀ ਜਾਣਾ ਚਾਹੁੰਦੇ ਹਨ, ਕੁਝ ਸਟੂਡੈਂਟ ਜਰਮਨੀ ਵੀ ਜਾਣਾ ਚਾਹੁੰਦੇ ਹੈ। ਸੋ ਜੇ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਸਾਰੇ ਕੰਟਰੀਜ਼ ਵਿੱਚ ਡੀਲ ਕਰਦਾ। ਸੋ ਤੁਸੀਂ ਸਾਨੂੰ ਅਸੈਸਮੈਂਟ ਕਰਨ ਲਈ ਆਪਣੇ ਡਾਕੂਮੈਂਟਸ ਭੇਜੋ ਐਂਡ ਵੀ ਵਿਲ ਗੈਟ ਬੈਕ ਟੂ ਯੂ ਵਿਦ ਬੈਸਟ ਪੋਸੀਬਲ ਆਪਸ਼ਨ। ਜੀ ਬਿਲਕੁਲ। ਤਾਂ ਲੱਗਦਾ ਵੀ ਹੁਣ ਬਾਰਡਰਸ ਓਪਨ ਹੋ ਜਾਣਗੇ ਜਲਦੀ। See, UK are saying कि they will take 45 days minimum, but ਸਭ ਤੋਂ ਜਲਦੀ ਬਾਰਡਰਸ ਖੋਲਣ ਦੀ ਜਿਹੜੀ ਗੱਲ ਹੋ ਰਹੀ ਹੈ ਉਹ ਜਰਮਨੀ, ਇਟਲੀ, ਪੁਰਤਗਾਲ, ਪੋਲੈਂਡ ਵੱਲੋਂ ਹੋ ਰਹੀ ਹੈ। ਜਰਮਨੀ ਤਾਂ 15 ਜੂਨ ਤੋਂ ਬਾਰਡਰ ਖੋਲਣ ਦੀ ਗੱਲ ਕਰ ਰਿਹਾ। ਆਈ ਡੋਂਟ ਨੋ ਕਿ ਇੰਪਲੀਮੈਂਟ ਹੋਏਗਾ ਕਿ ਨਹੀਂ ਹੋਏਗਾ, ਬਟ देयर इज अ न्यूज़ दैट दे माइट ओपन बॉर्डर्स फ्रॉम 15th जून। और जर्मनी की जी मैं गल करा तो बहुत ही ल्यूक्रेटिव डेस्टिनेशन है पढ़न वास्ते, स्टूडेंट्स वास्ते, क्योंकि जर्मनी विच 2 ऑप्शनस हो जाती, एक तो फ्री एजुकेशन, एक होंदा पेड एजुकेशन। फ्री एजुकेशन वो स्टूडेंट नूं मिलती है जिन्हें C लैवल का जर्मन लैंगुएज का टैसट क्लीयर किया होंदा है, वो फ्री एजुकेशन विच भी एडमिशन लै सकता है। या फिर तुसी जर्मनी जर्मन लैंगुएज पढ़न जाओ जिहड़ा कि 10 महीने का कोर्स है, और उहदे दौरान तुसी अपना C लैवल का टैसट क्लीयर कर लो, और जिहड़ी तुहाडी फ्यूचर की पढ़ाई होएगी वो फ्री ऑफ कॉस्ट होएगी। जी जी। फ्री एजुकेशन तुसी इदां करन जा सकते हो। जे पेड एजुकेशन की जे गल करा, जो तुसी जर्मनी जाते हो और जे तुसी अपनी पढ़ाई इंग्लिश च करते हो ਤਾਂ ਉਹ ਪੇਡ ਐਜੂਕੇਸ਼ਨ ਹੋ ਜਾਂਦੀ ਹੈ। ਪਰ ਪੇਡ ਐਜੂਕੇਸ਼ਨ ਲਈ ਵੀ ਤੁਸੀਂ ਵਿਦ ਆਈਲੈਟਸ, ਵਿਦਆਊਟ ਆਈਲੈਟਸ ਅਪਲਾਈ ਕਰ ਸਕਦੇ ਹੋ, ਔਰ ਵਿਦ ਔਰ ਵਿਦਆਊਟ ਆਈਲੈਟਸ ਦੋਨਾਂ ਹੀ ਕੇਸਿਸ 'ਚ ਜਿਹੜਾ ਜਰਮਨੀ ਦਾ ਵੀਜ਼ਾ ਸਕਸੈਸ ਰੇਟ ਹੈ ਉਹ ਅਬਵ 95% ਹੈ। ਬਹੁਤ ਹੀ ਅੱਛਾ ਵੀਜ਼ਾ ਸਕਸੈਸ ਰੇਟ ਹੈ। ਔਰ ਪਿਛਲੇ ਸਾਲ ਦੇ ਦੌਰਾਨ ਅਸੀਂ 150 ਤੋਂ ਵੱਧ ਬੱਚੇ 2019 ਚ ਜਰਮਨੀ ਭੇਜੇ, ਔਰ ਇਸ ਸਾਲ ਚ ਵੀ 30 ਤੋਂ 40 ਬੱਚੇ ਜਰਮਨੀ ਜਾ ਚੁੱਕੇ ਹਨ। ਔਰ ਤੁਸੀਂ ਦੇਖਿਆ ਹੋਣਾ ਇਹ ਕਰੋਨਾ ਵਾਇਰਸ ਦੀ ਜਿਹੜੀ ਸਿਚੁਏਸ਼ਨ ਹੈਗੀ ਹੈ, ਜਿਹੜਾ ਸਭ ਤੋਂ ਵਧੀਆ ਕੰਟਰੀ ਹੈ ਜਿਨੇ ਸਾਰੀ ਸਿਚੁਏਸ਼ਨ ਨੂੰ ਬਹੁਤ ਹੀ ਵਧੀਆ ਤਰੀਕੇ ਹੈਂਡਲ ਕੀਤਾ, ਖਾਸ ਕਰਕੇ ਯੂਰਪ ਵਿੱਚ, ਉਹ ਜਰਮਨੀ ਹੈ। क्योंकि जर्मनी विच केसेस बहुत ज़्यादा सी, पर जिहड़ा तुसी डेथ रेट करो तो बहुत ही घट है। उन्होंने बिल्कुल अपना की कहते अपने जिन्ने भी नागरिक सी सारे बहुत ही ज़्यादा अच्छी मेडिकल फैसिलिटीज जी। मैं ना ये सवाल पूछन लगी सी जसमीत साहब भी, चलो इंडिया विच काफी बचाव रहा है ना, बट कितना किते पेरेंट्स भी डरे हुए ने भी हुण असीं बच्चों नूं एक इदां दे मुल्क बाहर भेजीए। देखो जेहड़े सब तो वधिया कंट्रियां जिथे जान माल दा नुकसान नहीं होया वो कैनेडा और जर्मनी है, जिन्होंने बहुत ही वधिया कंट्रोल किया और बहुत ही अच्छे तरीके लॉकडाउन इंप्लीमेंट किया। अपने जिन्ने सिटीजनस हैगे सी उन्हां दी हेल्प की, उन्हां नूं बेनिफिट्स दिते, पैसे उन्हां दे अकाउंटां च आए। तो तुहानूं पता ही है कैनेडा विच CERB रिस्पॉन्स जिन्होंने कहते हैं कैनेडा एमरजेंसी रिस्पॉन्स बेनिफिट CERB हर स्टूडेंट के अकाउंट च महीने का $2000 पहुंचया। 4 महीने लिए पैसा मिले स्टूडेंट्स नूं, और जिन्ने स्टूडेंट्स ने $5000 तक का काम किया होया सी उन्हां सारे स्टूडेंट्स नूं बेनिफिट मिलिया। जर्मनी विच भी बहुत ही अच्छे तरीके लॉकडाउन नूं इंप्लीमेंट किया गया, और अज दी डेट च जर्मनी च सब कुछ ओपन हो चुके हैं, और दे आर टॉकिंग अबाउट ओपनिंग द बॉर्डर्स फ्रॉम 15th जून। सो जे तुसीं ये 2 कंट्री की गल करो तो लीस्ट डेथ्स हुई ऑल ओवर द वर्ल्ड, और आस्ट्रेलिया न्यूजीलैंड ਨੂੰ ਵੀ ਮੈਂ ਕਹਿ ਸਕਦਾ ਕਿ ਬਹੁਤ ਹੀ ਅੱਛੇ ਤਰੀਕੇ ਉਹਨਾਂ ਨੇ ਵੀ ਹੈਂਡਲ ਕੀਤਾ। ਔਰ ਜੇ ਅਸੀਂ ਗੱਲ ਕਰੀਏ ਕਿ ਸਭ ਤੋਂ ਜ਼ਿਆਦਾ ਇਫੈਕਟ ਕਿੱਥੇ ਹੋਇਆ, ਇਟਲੀ, ਯੂਕੇ, ਸਪੇਨ ਐਂਡ USA ਵਿੱਚ। ਜੇ ਤੁਸੀਂ ਵੀ ਨਿਊਜ਼ ਦੇਖਦੇ ਹੋ ਤਾਂ ਇਹ 4 ਕੰਟਰੀ ਸੀ ਜਿਨ੍ਹਾਂ 'ਚ ਵਰਸਟ ਇਫੈਕਟ ਹੋਇਆ ਸਿਚੁਏਸ਼ਨ ਆਈ ਹੈ ਜੀ। ਸੋ ਬਾਕੀ ਸਾਰੇ ਕੰਟਰੀਜ਼ 'ਚ ਸਿਚੁਏਸ਼ਨ ਠੀਕ ਹੈ, ਬਟ ਜੇ ਤੁਸੀਂ सोचते हो कि हल्ले मैं नहीं जाना नैक्सट इनटेक च, जिहड़ा कि नैक्सट इनटेक अक्तूबर है या सितंबर है, वो तुसी नैक्सट जनवरी इनटेक लिए चूज कर सकते हो, और जनवरी इनटेक च बाहर तुसी पढ़न जा सकते हो। क्योंकि देखो सारी सिचुएशन नॉर्मल हो जानी है, चाहे वैक्सीन आए चाहे ना आए, चाहे कोरोना वायरस रहे चाहे कोरोना वायरस जाए, बट जे तुसी कहंदे ना कि इस सिचुएशन दे नाल सानू जीना पैना। सो अज तो पहला भी बहुत सारे इदां दे वायरस आए, H1N1, स्वाइन फ्लू, डेंगू, ये सारे साडी जिंदगी च ऑलमोस्ट अज दी डेट च भी हैगे हैं, गए नहीं हैगे। सो इदां ही मैं उन्होंने कहांगा कि ये बीमारी दे नाल सानू जीना पैना। जे वैक्सीन आ जाती है जिन्नी जल्दी आएगी उन्ना ही जल्दी सारा कुछ नॉर्मल हो जाएगा, और असीं फ्रीली जी सकांगे। पर जिहड़े नॉर्म्स हैगे हैं, सोशल डिस्टेंसिंग एंड सानू जे सैनिटाइज करने अपने हाथ, ये सारा कुछ सेफ रखना अपने आप नूं,
ਆਪਣੇ ਹੱਥ 'ਚ ਹੈ। ਔਰ ਜਿਹੜੇ ਸਟੂਡੈਂਟਸ ਨੇ ਸੁਪਨਾ ਦੇਖਿਆ ਬਾਹਰ ਪੜਨ ਜਾਣ ਦਾ, ਉਹਨਾਂ ਨੂੰ ਜੇ ਪੂਰਾ ਕਰਨਾ ਹੈ ਤਾਂ ਆਪਾਂ ਨੂੰ ਇੱਕ ਐਫਰਟ ਕਰਨਾ ਪੈਣਾ। ਠੀਕ ਹੈ, ਸਾਡਾ ਬਿਜ਼ਨਸ ਹੈ, ਮੈਂ ਹਰ ਵਾਰੀ ਸ਼ੋਅ ਦੇ ਆ ਕੇ ਸਿਰਫ ਇਸੇ ਬਾਰੇ ਗੱਲ ਕਰਦਾ, ਬਟ ਪਰਸਨਲੀ ਅਸੀਂ ਗਾਈਡ ਕਰਦੇ ਹਾਂ ਬੱਚੇ ਦੀ ਸੇਫਟੀ ਸਾਰੇ ਪੇਰੈਂਟਸ ਨੂੰ ਵੀ ਇੰਪੋਰਟੈਂਟ ਹੈ, ਔਰ ਐਜ਼ ਅ ਕੰਸਲਟੈਂਟ ਸਾਨੂੰ ਵੀ ਇਹੀ ਇੰਪੋਰਟੈਂਟ ਰਹੇਗਾ ਕਿ ਜਿੱਥੇ ਸੇਫਟੀ ਹੈਗੀ ਹੈ ਉਸੇ ਕੰਟਰੀ 'ਚ ਜਾਇਆ ਜਾਏ, ਜਿਵੇਂ ਕਿ ਕੈਨੇਡਾ, ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ ਫॉर ਸੇਫੈਸਟ ਕੰਟਰੀਜ਼ ਜੀ ਜਿਨ੍ਹਾਂ ਤੇ ਕਰੋਨਾ ਵਾਇਰਸ ਨੂੰ ਇਫੈਕਟ ਬਹੁਤ ਹੀ ਘੱਟ ਹੋਏ। ਜੀ ਅੱਛਾ, ਯੂਕੇ ਤੇ ਜਰਮਨੀ ਤੁਸੀਂ ਦੋ ਕੰਟਰੀ ਜਿਹੜੀਆਂ ਹੈਗੀਆਂ ਨੇ ਉਹ ਸਾਨੂੰ ਦੱਸ ਰਹੇ ਵੀ ਹਾਂਜੀ ਅਸੀਂ ਅਪਲਾਈ ਕਰ ਸਕਦੇ ਹਾਂ। ਯੂਕੇ ਜਦੋਂ ਪਿਛਲੇ ਅਗਰ ਮੈਂ ਗੱਲ ਕਰਾਂ ਤਾਂ ਵਿਦਆਊਟ ਆਇਲਟਸ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਵੀਜ਼ੇ ਮਿਲੇ ਸੀ। ਵਿਦਆਊਟ ਆਇਲਟਸ ਕੰਡੀਸ਼ਨ ਤਾਂ ਸੀ ਜੇ ਤੁਹਾਡੇ 65% ਨੰਬਰ ਇੰਗਲਿਸ਼ ਚ ਹੈਗੇ ਆ ਤਾਂ ਤੁਸੀਂ ਵਿਦਆਊਟ ਆਇਲਟਸ ਅਪਲਾਈ ਕਰ ਸਕਦੇ ਹੋ। ਬਟ ਜਿੱਥੇ ਕਿ ਵੀਜ਼ੇ ਵੀ ਮਿਲੇ ਇੱਕ ਪਾਸੇ, ਤਾਂ ਰਿਫਿਊਜ਼ਲ ਵੀ ਬਹੁਤ ਜ਼ਿਆਦਾ ਆਈ ਸੀ। ਜਨਵਰੀ ਇਨਟੇਕ ਦੀ ਅਸੀਂ ਗੱਲ ਕਰੀਏ, ਕੈਸ਼ ਲੈਟਰਸ ਵੀ ਇਸ਼ੂ ਨਹੀਂ ਹੋਈਆਂ ਸੀ। ਸੋ ਜੇ ਤੁਸੀਂ ਯੂਕੇ ਦਾ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਅੱਜ ਦੀ ਡੇਟ 'ਚ ਵੀ ਰਿਕੁਆਇਰਮੈਂਟ ਮੈਂ ਦੱਸਿਆ ਓਵਰਆਲ 6 ਬੈਂਡ ਜਾਂ 5.5 ਬੈਂਡ ਇਨ ਈਚ ਮੋਡਿਊਲ, 2 ਰਿਕੁਆਇਰਮੈਂਟਸ ਹੈ ਯੂਨੀਵਰਸਿਟੀ ਦੀਆਂ। ਜਾਂ ਕੁਝ ਯੂਨੀਵਰਸਿਟੀਆਂ ਦੇਖ ਰਹੀਆਂ ਤੁਹਾਡੇ 65 ਤੋਂ ਉੱਤੇ ਨੰਬਰ ਹੈਗੇ ਆ ਜਾਂ 70 ਤੋਂ ਉੱਤੇ ਨੰਬਰ ਹੈਗੇ ਆ ਇੰਗਲਿਸ਼ ਵਿੱਚ ਲਾਸਟ ਸਟੱਡੀਜ਼ ਵਿੱਚ, ਤਾਂ ਤੁਹਾਨੂੰ ਐਡਮਿਸ਼ਨ ਮਿਲ ਰਹੀਆਂ। ਕੁਝ ਯੂਨੀਵਰਸਿਟੀਜ਼ ਨੇ ਆਈਲੈਟਸ ਨੂੰ ਰੱਦ ਕਰਤਾ ਕਿ ਸਾਡਾ ਇੰਗਲਿਸ਼ ਦਾ ਟੈਸਟ ਦਿਓ ਤਾਂ ਤੁਹਾਨੂੰ ਐਡਮਿਸ਼ਨ ਮਿਲ ਰਹੀ ਹੈ, ਤਾਂ ਹੀ ਕੈਸ਼ ਲੈਟਰ ਇਸ਼ੂ ਹੋਏਗੀ। ਠੀਕ ਹੈ। ਸੋ ਸਟੂਡੈਂਟਸ ਨੇ ਜਦੋਂ ਚੂਜ਼ ਕਰਨਾ ਹੈ ਯੂਕੇ ਨੂੰ, ਯੂਕੇ ਦੇ ਨਾਮ ਤੇ ਲੱਖਾਂ ਰੁਪਇਆ ਲੈ ਲਿੱਤਾ ਜਾਂਦਾ ਸਟੂਡੈਂਟ ਤੋਂ ਫੰਡ ਸ਼ੋ ਦੇ ਨਾਂ ਤੇ, ਪੈਕੇਜ ਸਿਸਟਮ ਨੂੰ ਕਹਿ ਕੇ। ਬਟ ਜਿਹੜੀ ਯੂਕੇ ਦੀ ਜਿਹੜੀ ਫੀਸ ਹੈਗੀ ਹੈ ਉਹ 9 ਤੋਂ 10,000 ਪਾਉਂਡ ਹੈ ਸਾਲਾਨਾ। ਤੁਸੀਂ ਸਾਲਾਨਾ ਆਪਣੀ ਫੀਸ ਦੇ ਸਕਦੇ ਹੋ। ਔਰ ਜਿਹੜੇ ਫੰਡ ਲਿਵਿੰਗ ਕਾਸਟ ਹੁੰਦੀ ਹੈ, ਜੇ ਤੁਸੀਂ ਲੰਡਨ ਵਿੱਚ ਅਪਲਾਈ ਕਰਦੇ ਹੋ ਤਾਂ 11,000 ਪਾਉਂਡ ਸ਼ੋ ਕਰਨੇ ਆ, ਔਰ ਜੇ ਤੁਸੀਂ ਆਊਟ ਆਫ ਲੰਡਨ ਅਪਲਾਈ ਕਰਦੇ ਹੋ ਤਾਂ 9,000 ਦੇ ਕਰੀਬ ਪਾਉਂਡ ਸ਼ੋ ਕਰਨੇ ਹੁੰਦੇ ਆ, ਫੰਡ ਸ਼ੋ ਕਰਨੇ ਹੁੰਦੇ ਆ ਤੁਸੀਂ। ਸੋ ਯੂਕੇ ਅੱਛੀ ਡੈਸਟੀਨੇਸ਼ਨ ਹੈ, ਬਹੁਤ ਅੱਛੀ ਡੈਸਟੀਨੇਸ਼ਨ ਹੈ ਵਿਦ ਇਮੀਗ੍ਰੇਸ਼ਨ, ਜਿਹਨੂੰ ਕਹਿੰਦੇ ਆ ਜਿਹੜਾ ਇਮੀਗ੍ਰੇਸ਼ਨ ਬਿੱਲ ਪਾਸ ਹੋਇਆ ਉਹਦੇ ਨਾਲ ਤਾਂ ਹੋਰ ਵੀ ਅੱਛੀ ਡੈਸਟੀਨੇਸ਼ਨ ਬਣ ਜਾਏਗੀ ਕਿ ਜਿਹੜਾ ਸਟੂਡੈਂਟ ਪੜ੍ਹਨ ਜਾ ਰਿਹਾ ਉਹਨੂੰ PR ਮਿਲ ਸਕਦੀ ਹੈ, ਜਿਹੜਾ ਕਿ ਪਹਿਲਾਂ ਇਹ ਸਿਸਟਮ ਬਿਲਕੁਲ ਬੰਦ ਕਰ ਦਿੱਤਾ ਗਿਆ ਸੀ ਯੂਕੇ ਸਰਕਾਰ ਵੱਲੋਂ। ਸੋ ਇਦਾਂ ਹੀ ਜੇ ਅਸੀਂ ਜਰਮਨੀ ਨੂੰ ਵੀ ਦੇਖੀਏ ਤਾਂ ਜਰਮਨੀ ਵਿੱਚ ਸਟੂਡੈਂਟ ਵਿਦ ਜਾਂ ਵਿਦਆਊਟ ਆਇਲਟਸ ਪੜ੍ਹਨ ਜਾ ਸਕਦਾ ਹੈ। ਸੋ ਜੇ ਤੁਸੀਂ ਵਿਦਆਊਟ ਆਇਲਟਸ ਹੋ, ਤੁਸੀਂ ਜਰਮਨ ਲੈਂਗੁਏਜ ਦਾ ਕੋਰਸ ਕਰਨ ਜਾ ਸਕਦੇ ਹੋ, ਔਰ ਲੈਂਗੁਏਜ ਕੋਰਸ ਕਰਕੇ ਤੁਸੀਂ ਆਪਣੀ ਫ੍ਰੀ ਐਜੂਕੇਸ਼ਨ ਕੰਟੀਨਿਊ ਕਰ ਸਕਦੇ ਹੋ ਜੇ C ਲੈਵਲ ਦਾ ਤੁਸੀਂ ਜਰਮਨ ਲੈਂਗੁਏਜ ਕੋਰਸ ਕਰ ਲੈਂਦੇ ਹੋ। ਔਰ ਜੇ ਤੁਸੀਂ ਵਿਦ ਆਇਲਟਸ ਹੋ ਤਾਂ ਡਾਇਰੈਕਟ ਐਂਟਰੀ ਇੰਗਲਿਸ਼ ਵਿੱਚ ਪੜ੍ਹਾਈ ਕਰਨ ਜਾ ਸਕਦੇ ਹੋ। 5.5 ਬੈਂਡ ਦੀ ਰਿਕੁਆਇਰਮੈਂਟ ਹੈ ਜਰਮਨੀ ਦੀ, 5.5 ਬੈਂਡ ਨਾਲ ਤੁਸੀਂ ਪੜ੍ਹਨ ਜਾ ਸਕਦੇ ਹੋ ਜਰਮਨੀ ਵਿੱਚ। ਔਰ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਗ੍ਰੈਜੂਏਸ਼ਨ ਜੇ ਤੁਸੀਂ ਇੰਗਲਿਸ਼ ਮੀਡੀਅਮ 'ਚ ਕੀਤੀ ਸੀ, ਯਾਨੀ ਕਿ ਮੀਡੀਅਮ ਆਫ ਇੰਸਟਰਕਸ਼ਨ ਵਾਜ਼ ਇੰਗਲਿਸ਼, ਤੁਸੀਂ ਇਹ ਲੈਟਰ ਆਪਣੇ ਕਾਲਜ ਤੋਂ ਲਿਖਾ ਕੇ ਵਿਦਆਊਟ ਆਇਲਟਸ ਵੀ ਜਰਮਨੀ ਦਾ ਸਟੂਡੈਂਟਸ ਪੜ੍ਹਨ ਜਾ ਸਕਦੇ ਹੋ। ਖਾਸ ਕਰਕੇ ਮਾਸਟਰ ਦੇ ਕੋਰਸਿਸ ਜਿਹੜੇ ਹੈਗੇ ਆ ਆਫਟਰ ਗ੍ਰੈਜੂਏਸ਼ਨ, ਬਹੁਤ ਹੀ ਅੱਛੇ ਕੋਰਸਿਸ ਹੈਗੇ ਆ ਮਾਸਟਰਸ ਵਿੱਚ। ਪ੍ਰੋਜੈਕਟ ਮੈਨੇਜਮੈਂਟ, ਡਾਟਾ ਐਨਾਲਿਟਿਕਸ, MBA, ਮੈਨੇਜਮੈਂਟ ਦੇ ਕੋਰਸ, ਮਾਰਕੀਟਿੰਗ ਦੇ ਕੋਰਸ, ਬਹੁਤ ਹੀ ਵਧੀਆ ਕੋਰਸਿਸ ਹੈਗੇ ਆ ਜਿਹੜੇ ਤੁਸੀਂ ਕਰਨ ਜਾ ਸਕਦੇ ਹੋ ਜਰਮਨੀ ਵਿੱਚ। ਔਰ ਅੰਡਰ ਗ੍ਰੈਜੂਏਟ ਵਿੱਚ ਖਾਸ ਕਰਕੇ BBA, ਡਿਜ਼ਾਈਨ, ਕੰਪਿਊਟਰਸ ਦੇ ਕੋਰਸਿਸ ਬਹੁਤ ਅੱਛੇ ਹੈਗੇ ਆ ਜਿਹੜੇ ਤੁਸੀਂ ਕਰਨ ਜਾ ਸਕਦੇ ਹੋ ਇੰਗਲਿਸ਼ ਸਪੀਕਿੰਗ ਵਿੱਚ। ਜੇ ਤੁਸੀਂ ਮਕੈਨੀਕਲ ਰਿਲੇਟਡ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ 10 ਮਹੀਨੇ ਦਾ ਜਰਮਨ ਲੈਂਗੁਏਜ ਕਰਨਾ ਪਏਗਾ, ਔਰ ਤੁਹਾਡੀ ਜਿਹੜੀ ਬੈਚਲਰਸ ਆ ਫ੍ਰੀ ਆਫ ਕਾਸਟ ਹੋ ਜਾਏਗੀ। ਪਰ ਜਰਮਨੀ ਦੀ ਵੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਹੀ ਅਫੋਰਡੇਬਲ ਸਟੱਡੀਜ਼ ਹੈਗੀਆਂ। ਫੀਸਿਸ ਆਰ ਬਿਟਵੀਨ 8,000 euros to 10,000 euros, ਮਤਲਬ ਕਿ 6 ਲੱਖ ਤੋਂ ਲੈ ਕੇ 8 ਲੱਖ ਦੇ ਵਿੱਚ ਹੈ ਸਾਲਾਨਾ ਫੀਸ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਅਫੋਰਡੇਬਲ ਹੋ ਜਾਂਦੀ ਹੈ, ਔਰ ਕੋਈ ਵੀ ਪੁਰਾਣੇ ਫੰਡ ਸ਼ੋ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਰਮਨੀ ਵਿੱਚ। ਜਰਮਨੀ ਬਿਲਕੁਲ ਸਿਮਿਲਰ ਪੈਟਰਨ ਤੇ ਚੱਲਦਾ ਜਿਵੇਂ ਕੈਨੇਡਾ ਚੱਲਦਾ। ਇੱਕ ਬਲੌਕਡ ਅਕਾਊਂਟ ਖੁੱਲਦਾ ਹੈ ਜਰਮਨੀ ਵਿੱਚ, ਜਿਹਦੇ ਵਿੱਚ 10,600 ਯੂਰੋ ਤੁਸੀਂ ਜਮ੍ਹਾਂ ਕਰਾਣੇ ਆ, ਔਰ ਪੈਸਾ 100% ਰਿਫੰਡੇਬਲ ਹੈ। ਸੋ ਲਿਵਿੰਗ ਕਾਸਟ ਦੇ ਨਾਂ ਤੇ ਕੋਈ ਵੀ ਫੰਡ ਸ਼ੋ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ। ਸੋ ਤੁਸੀਂ ਆਨਲਾਈਨ ਜਾਓ, ਇਹ ਸਾਰੀਆਂ ਚੀਜ਼ਾਂ ਆਨਲਾਈਨ ਹੁੰਦੀਆਂ, ਸਾਰਾ ਨਿਊਜ਼ ਰਿਕੁਆਇਰਮੈਂਟਸ ਆਰ ਆਨਲਾਈਨ। ਅੱਜ ਦੀ ਡੇਟ 'ਚ ਗੂਗਲ ਦਾ ਜ਼ਮਾਨਾ ਹੈ, ਫਿਰ ਵੀ ਤੁਸੀਂ ਕਿਸੇ ਨੂੰ ਪੈਸੇ ਜ਼ਿਆਦਾ ਦੇ ਕੇ ਮਿਸਗਾਈਡ ਹੋ ਜਾਓ। ਪੈਕੇਜ ਸਿਸਟਮ ਕਰੋ ਕਿ ਮੈਂ 15 ਲੱਖ ਦੇ ਕੇ ਬਾਹਰ ਜਾਣਾ ਚਾਹੁੰਦਾ, ਮੈਂ 20 ਲੱਖ ਦੇ ਕੇ ਬਾਹਰ ਜਾਣਾ, ਤਾਂ ਮੇਰੇ ਹਿਸਾਬ ਨਾਲ ਤੁਸੀਂ ਆਪਣੇ ਆਪ ਹੀ ਆਪਣੇ ਪੈਰ ਤੇ ਕੁਲਾੜੀ ਮਾਰ ਰਹੇ ਹੋ। ਇਹ 'ਚ ਕਿਸੇ ਦੀ ਕੋਈ ਗਲਤੀ ਨਹੀਂ ਹੈਗੀ, ਬਿਕੋਜ਼ ਜਿੰਨੇ ਵੀ ਅੱਜ ਕੱਲ੍ਹ ਵੀਜ਼ਾ ਪ੍ਰੋਸੈਸਿਸ ਹੈਗੇ ਆ ਉਹ ਸਾਰੇ ਬਹੁਤ ਹੀ ਸਿੰਪਲੀਫਾਈਡ ਹੋ ਚੁੱਕੇ ਆ, ਸਾਰੇ ਬਹੁਤ ਹੀ ਸਾਰਾ ਕੁਝ ਆਨਲਾਈਨ ਹੈਗਾ। ਤੁਸੀਂ ਗੂਗਲ ਤੇ ਸਰਚ ਕਰੋ, ਮੈਨੂੰ ਕੈਨੇਡਾ ਇਮੀਗ੍ਰੇਸ਼ਨ ਦਾ ਨੰਬਰ ਚੱਲਣਾ ਸ਼ੁਰੂ ਹੋ ਗਿਆ ਸੀ, ਮੈਂ ਐਗਜ਼ਾਮਪਲ ਲੈ ਲੈਣਾ। ਸੋ ਮੈਨੂੰ ਸਟੂਡੈਂਟਸ ਪੁੱਛਦੇ ਕੈਨੇਡਾ ਇਮੀਗ੍ਰੇਸ਼ਨ ਦਾ ਨੰਬਰ ਦੱਸੋ, ਤੁਸੀਂ ਗੂਗਲ ਤੇ ਸਰਚ ਕਰੋ, ਲਿਖੋ ਉੱਥੇ ਕੈਨੇਡਾ ਇਮੀਗ੍ਰੇਸ਼ਨ ਹੈਲਪਲਾਈਨ, ਸਭ ਤੋਂ ਉੱਤੇ ਲਿਖਿਆ ਆਊਗਾ 188824222100। ਸੋ ਇਹ ਚੀਜ਼
ਕਿਸੇ ਕੰਸਲਟੈਂਟ ਨੂੰ ਪੁੱਛਣ ਦੀ ਬਜਾਏ ਤੁਸੀਂ ਆਪੇ ਯੂਜ਼ ਕਰੋ ਅੱਛਾ, ਮੈਨੂੰ ਲੱਗਦਾ ਕੰਸਲਟੈਂਟ ਨੂੰ ਵੀ ਨਹੀਂ ਪਤਾ ਹੋਣਾ। देयर आर सो मेनी कंसल्टेंट जिन्हां ਨੂੰ ਕਦੋਂ ਨਹੀਂ ਪਤਾ ਨਹੀਂ ਹੋਏਗਾ। ਕੁਝ ਵੀ ਚੀਜ਼ ਤੁਸੀਂ ਸਰਚ ਕਰਨਾ ਚਾਹੁੰਦੇ ਹੋ, VFS ਜਰਮਨੀ, VFS UK, VFS ਕੈਨੇਡਾ, ਸਾਰਿਆਂ ਦੇ ਨੰਬਰ ਉੱਥੇ ਹੋਣਗੇ। ਤੁਸੀਂ ਚੈੱਕ ਕਰਨਾ ਚਾਹੁੰਦੇ ਹੋ VFS ਕੈਨੇਡਾ ਚੰਡੀਗੜ੍ਹ, ਸਾਰਿਆਂ ਦੇ ਫੋਨ ਨੰਬਰਸ ਉੱਥੇ ਹੈਗੇ ਆ। ਜਿਹੜੇ ਸ਼ਹਿਰ ਤੁਸੀਂ ਜਾ ਰਹੇ ਹੋ, ਸਪੋਜ਼ ਮੈਂ ਤੁਹਾਨੂੰ ਕਹਿਣਾ ਕਿ ਇੱਕ ਐਗਜ਼ਾਮਪਲ ਲੈ ਲੈਂਦੇ ਆ ਕਿ ਤੁਸੀਂ ਬਰਲਿਨ ਚ ਪੜਨ ਜਾ ਰਹੇ ਹੋ ਜਰਮਨੀ ਵਿੱਚ, ਜਿਹੜੇ ਕਿ ਕੈਪੀਟਲ ਹੈਗੀ ਹੈ ਜਰਮਨੀ ਦੀ। ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਕਾਲਜ ਕਿੱਥੇ ਹੈਗਾ, ਡਾਊਨਟਾਊਨ ਚ ਹੈ, ਸ਼ਹਿਰ ਤੋਂ ਬਾਹਰ ਹੈ, ਸਾਰਾ ਕੁਝ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ। ਪਲੀਜ਼ ਅੱਜ ਕੱਲ੍ਹ ਅਸੀਂ ਫ੍ਰੀ ਆ, ਰਿਸਰਚ ਕਰੋ। ਕਿਸੇ ਵੀ ਕੰਟਰੀ ਪੜਨ ਜਾ ਰਹੇ ਆ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਕਾਲਜ ਬਾਰੇ ਸਰਚ ਕਰੋ ਘਰ ਬੈਠੇ, ਸਿਟੀ ਬਾਰੇ ਸਰਚ ਕਰੋ, ਜਿਹੜਾ ਪ੍ਰੋਗਰਾਮ ਤੁਸੀਂ ਪੜਨ ਜਾਣਾ ਚਾਹੁੰਦੇ ਹੋ ਉਹਦੇ ਬਾਰੇ ਸਰਚ ਕਰੋ। ਕੋਈ VFS ਦੀਆਂ ਜਿਹੜੀਆਂ ਫਾਰਮੈਲਿਟੀਜ਼ ਹੈਗੀਆਂ ਜਾਂ ਸਟੱਡੀ ਵੀਜ਼ਾ ਦਾ ਪ੍ਰੋਸੈਸ ਹੈਗਾ, ਸਾਰਾ ਕੁਝ ਗੂਗਲ ਤੇ ਹੈਗਾ। ਔਰ ਜੇ ਸਾਡੀ ਗੱਲ ਪੜੀਏ ਤਾਂ ਅਸੀਂ ਵੀ ਗੂਗਲ ਰਾਹੀਂ ਉਹ ਸਾਰਾ ਪ੍ਰੋਸੈਸ ਫੋਲੋ ਕਰਦੇ ਆ। ਅਸੀਂ ਵੀ CIC ਦੀ ਨਿਊਜ਼ ਫੋਲੋ ਕਰਦੇ ਆ। ਅਸੀਂ ਵੀ ਉੱਥੇ ਹੀ ਸਾਰਾ ਕੁਝ ਸਰਚ ਕਰਕੇ ਸਟੂਡੈਂਟਸ ਨਾਲ ਸਾਂਝਾ ਕਰਦੇ ਆ। ਸੋ ਸਟੂਡੈਂਟ ਨੂੰ ਮਿਸਗਾਈਡ ਹੋਣ ਦੀ ਜ਼ਰੂਰਤ ਨਹੀਂ ਹੈਗੀ, ਚਾਹੇ ਉਹ ਕਿਸੇ ਵੀ ਕੰਟਰੀ ਪੜਨ ਜਾਣਾ ਚਾਹੁੰਦਾ। ਠੀਕ ਹੈ, ਬਟ ਜਸਮੀਤ ਸਰ ਹੁਣ ਆਨਲਾਈਨ ਐਡਮਿਸ਼ਨ ਤਾਂ ਅਸੀਂ ਲੈ ਲਵਾਂਗੇ, ਪ੍ਰੋਸੈਸ ਵੀ ਸ਼ੁਰੂ ਕਰ ਦਵਾਂਗੇ, ਬਟ ਵੇਟ ਤਾਂ ਵੀਜ਼ਾ ਦੀ ਰਹੇਗੀ ਨਾ, ਵੀ ਵੀਜ਼ਾ ਕਦੋਂ ਮਿਲੇਗਾ ਮੈਨੂੰ? ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ 'ਚ ਆਨਲਾਈਨ ਫਾਈਲਸ ਲੱਗ ਰਹੀਆਂ ਨੇ। ਤੁਸੀਂ ਐਡਮਿਸ਼ਨ ਲੈ ਲਈ, ਤੁਸੀਂ ਕਾਲਜ ਦੀ ਫੀਸ ਜਮ੍ਹਾਂ ਕਰਾਤੀ, ਤੁਸੀਂ GIC ਜਮ੍ਹਾਂ ਕਰਾਤਾ, ਤੁਸੀਂ ਮੈਡੀਕਲ ਕਰਾ ਲਿਆ, ਆਪਣੀ ਫਾਈਲ ਆਨਲਾਈਨ ਅਪਲੋਡ ਕਰੋ। ਸੋ ਜਿਹੜੀ ਕਿ ਸਭ ਤੋਂ ਵੱਡੀ ਅਨਾਉਂਸਮੈਂਟ ਹੋਈ ਸੀ 22 ਮਈ ਨੂੰ, ਉਹਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਕਿਹੜੀ ਸਟੂਡੈਂਟ ਦੇ ਜਿਹੜੇ ਕੋਈ ਮਨ 'ਚ ਡਾਊਟ ਹੈ ਔਰ ਸਟੂਡੈਂਟ ਫਾਈਲਾਂ ਆਨਲਾਈਨ ਨਹੀਂ ਅਪਲੋਡ ਕਰ ਰਹੇ ਨੇ, ਪਲੀਜ਼ ਆਪਣੀਆਂ ਫਾਈਲਾਂ ਆਨਲਾਈਨ ਅਪਲੋਡ ਕਰੋ, ਕਿਊ ਵਿੱਚ ਲੱਗੋ ਤਾਂ ਕਿ ਤੁਹਾਡੀ ਫਾਈਲ ਤੇ ਰਿਜ਼ਲਟ ਆ ਸਕੇ। ਕਿਊ ਫੋਲੋ ਹੋ ਰਹੀ ਹੈ, ਜਿਵੇਂ ਫੈਬਰਵਰੀ ਔਰ ਮਾਰਚ ਦੀਆਂ ਫਾਈਲਾਂ ਤੇ ਕੰਮ ਚੱਲ ਰਿਹਾ, ਫਿਰ ਅਪ੍ਰੈਲ ਦੀਆਂ ਫਾਈਲਾਂ ਤੇ ਕੰਮ ਚੱਲੇਗਾ, ਫਿਰ ਮਈ ਦੀਆਂ ਫਾਈਲਾਂ ਤੇ ਕੰਮ ਚੱਲੇਗਾ, ਫਿਰ ਜੂਨ ਦੀਆਂ ਫਾਈਲਾਂ ਤੇ ਕੰਮ ਚੱਲੇਗਾ। ਤੁਸੀਂ ਕਿਊ ਵਿੱਚ ਲੱਗੋ, ਆਪਣੀ ਫਾਈਲ ਸਬਮਿਟ ਕਰੋ। ਸੋ ਜਿਹੜੀ ਸਭ ਤੋਂ ਵੱਡੀ ਨਿਊਜ਼ ਆਈ ਸੀ ਕੈਨੇਡਾ ਵੱਲੋਂ ਇਹੀ ਹੈਗੀ ਸੀ। ਜੇ ਅਸੀਂ UK ਦੀ ਗੱਲ ਕਰੀਏ ਤਾਂ UK ਵਿੱਚ ਵੀ ਆਫਰ ਲੈਟਰਸ ਆ ਰਹੀਆਂ ਨੇ, ਜਰਮਨੀ ਵਿੱਚ ਵੀ ਆਫਰ ਲੈਟਰਸ ਆ ਰਹੀਆਂ ਨੇ। ਸੋ ਸਟੂਡੈਂਟ ਜੇ ਆਪਣੀ ਆਫਰ ਲੈਟਰ ਅਪਲਾਈ ਕਰਦਾ ਹੈ, ਆਪਣੀ ਫੀਸ ਜਮ੍ਹਾਂ ਕਰਾਉਂਦਾ ਹੈ, ਤਾਂ ਉਹ ਆਪਣੀ ਇੱਕ ਸੀਟ ਪੱਕੀ ਕਰ ਲੈਂਦਾ ਆਉਣ ਵਾਲੇ ਇਨਟੇਕ ਵਿੱਚ। ਔਰ ਜਿਹੜਾ ਪ੍ਰੋਸੈਸ ਹੈ ਉਹ ਸ਼ਾਰਟ ਹੋ ਜਾਂਦਾ। ਜਿੱਦਣ ਵੀ VFS ਖੁੱਲੇਗਾ, ਔਰ ਸਭ ਤੋਂ ਪਹਿਲਾਂ ਜਿਹੜਾ VFS ਖੁੱਲੇਗਾ ਔਰ UK, ਜਰਮਨੀ, ਕੈਨੇਡਾ ਦਾ ਹੈ, ਔਰ ਸਭ ਤੋਂ ਜਲਦੀ ਬਾਰਡਰ ਜਿਹੜੇ ਖੁੱਲਣਗੇ ਉਹ ਯੂਰਪ ਸਾਈਡ ਦੇ ਹੈਗੇ ਆ। ਸੋ ਸਭ ਤੋਂ ਪਹਿਲਾਂ ਜਦੋਂ ਖੁੱਲੇਗਾ ਤੁਸੀਂ ਉਸੇ ਵੇਲੇ ਆਪਣੀ ਫਾਈਲ ਸਬਮਿਟ ਕਰਕੇ VFS ਵਿੱਚ ਤੁਸੀਂ ਰਿਜ਼ਲਟ ਲੈ ਸਕਦੇ ਹੋ। ਪਰ ਜੇ ਤੁਸੀਂ ਇਸ ਚੀਜ਼ ਦਾ ਵੇਟ ਕਰੋਗੇ ਕਿ ਕਦੋਂ ਬਾਰਡਰ ਖੁੱਲਣਗੇ, ਕਦੋਂ ਫਲਾਈਟਾਂ ਚੱਲਣਗੀਆਂ, ਸੋ ਤੁਸੀਂ ਆਪਣਾ ਪ੍ਰੋਸੈਸ ਉਦੋਂ ਸਟਾਰਟ ਕਰੋਗੇ, ਆਫਰ ਲੈਟਰ ਅਪਲਾਈ ਕਰੋਗੇ, ਸੋ ਉਨਾ ਹੀ ਡਿਲੇ ਹੋਏਗਾ। ਔਰ ਜਦੋਂ ਬਾਰਡਰ ਖੁੱਲੇਗਾ ਫਿਰ ਇੰਨਾ ਰਸ਼ ਹੋ ਜਾਏਗਾ ਤਾਂ ਤੁਸੀਂ ਉਸ ਰਸ਼ ਵਿੱਚ ਕਿਤੇ ਗੁੰਮ ਹੀ ਨਾ ਹੋ ਜਾਓ। ਸੋ ਆਪਣਾ ਪ੍ਰੋਸੈਸ ਹਰ ਸਟੂਡੈਂਟ ਸਟਾਰਟ ਕਰ ਲੇ। ਸਟਾਰਟ ਕਰਕੇ ਕਿਸੇ ਅੱਛੇ ਕੰਸਲਟੈਂਟ ਦੀ ਗਾਈਡੈਂਸ ਲਓ। ਜੇ ਤੁਸੀਂ ਆਪੇ ਵੀ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਘਰ ਬੈਠੇ ਤੁਸੀਂ ਆਪੇ ਵੀ ਅਪਲਾਈ ਕਰ ਸਕਦੇ ਹੋ। ਪਰ ਜੇ ਤੁਸੀਂ ਕੰਸਲਟੈਂਟ ਦੀ ਗਾਈਡੈਂਸ ਲੈਣਾ ਚਾਹੁੰਦੇ ਹੋ, ਦੇਖੋ ਕਿ ਕੰਸਲਟੈਂਟ ਕਿੰਨਾ ਪੁਰਾਣਾ ਹੈ, ਕਿੰਨੀ ਜੈਨੂਇਨ ਗਾਈਡੈਂਸ ਦਿੰਦਾ। ਅੱਜ ਕੱਲ੍ਹ ਹਰ ਕੰਸਲਟੈਂਟ ਦਾ Facebook ਚੈਨਲ ਹੈ, ਹਰ ਕੰਸਲਟੈਂਟ ਦਾ YouTube ਚੈਨਲ ਹੈ। ਦੇਖੋ ਉਹ ਕਿੰਨੇ ਵੀਜ਼ੇ ਪਾਉਂਦਾ। ਇਹੀ ਨਹੀਂ ਕਿ ਉਹ ਆਪਣੇ ਬਾਰੇ ਹੀ ਦੱਸੀ ਜਾ ਰਿਹਾ, ਪਰ ਕਿੰਨੇ ਵੀਜ਼ਾ ਅਪਰੂਵਡ ਟੈਸਟੀਮੋਨੀਅਲਸ ਉਹ ਆਪਣੇ Facebook ਔਰ YouTube ਪੇਜ ਤੇ ਪਾਉਂਦਾ। ਅੱਜ ਦੀ ਰੇਟ 'ਚ ਵੀ ਜੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ Facebook ਪੇਜ ਤੇ ਜਾਓ ਤਾਂ 5000 ਤੋਂ ਜ਼ਿਆਦਾ ਵੀਜ਼ਾ ਅਪਲੋਡਡ ਹੈ। ਜੇ ਤੁਸੀਂ ਸਾਡੇ YouTube ਚੈਨਲ ਤੋਂ ਜਾਓ ਤਾਂ 2000 ਤੋਂ ਜ਼ਿਆਦਾ ਵੀਜ਼ਾ ਅਪਲੋਡਡ ਹੈ। ਕਿਉਂਕਿ ਇੰਨੇ ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ ਇਹ Facebook ਔਰ YouTube ਲੇਟ ਆਏ, ਨਹੀਂ ਤਾਂ 15000 ਤੋਂ ਵੱਧ ਸਟੂਡੈਂਟ ਲੈਂਡਮਾਰਕ ਇਮੀਗ੍ਰੇਸ਼ਨ ਆਪਣੇ ਕਰੀਅਰ 'ਚ ਅਸੀਂ ਭੇਜ ਚੁੱਕੇ ਹਾਂ ਔਰ ਉੱਥੇ ਜਾ ਕੇ ਅੱਛਾ ਸੈਟਲ ਹੈ। ਬਹੁਤ ਅੱਛੇ ਸਾਨੂੰ ਫੀਡਬੈਕ ਆਉਂਦੇ ਨੇ ਔਰ ਬਹੁਤ ਹੀ ਅੱਛਾ ਰਿਸਪੌਂਸ ਹੈ। ਕਿਉਂਕਿ ਕੈਨੇਡਾ ਵਿੱਚ ਵੀ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ, ਜਰਮਨੀ ਵਿੱਚ ਵੀ ਸਾਡੇ ਜਿਹੜੇ ਕਾਲਜਿਸ ਨਾਲ ਜਿਹੜੇ ਟਾਈ-ਅਪਸ ਹੈਗੇ ਆ ਤਾਂ ਬਹੁਤ ਅੱਛੀਆਂ ਸਰਵਿਸਿਜ਼ ਪ੍ਰੋਵਾਈਡ ਹੋ ਰਹੀਆਂ ਔਰ ਸਟੂਡੈਂਟ ਬਹੁਤ ਸੈਟਿਸਫਾਈਡ ਹੈ। ਔਰ ਟਾਈਮ ਟੂ ਟਾਈਮ ਸੇ ਤੁਸੀਂ ਦੇਖਿਆ ਹੀ ਹੋਣਾ, ਮੈਂ ਵਿਜ਼ਿਟ ਕਰਦਾ ਰਹਿਣਾ। ਮੈਂ ਜਰਮਨੀ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵਿਜ਼ਿਟ ਕਰਦਾ ਰਹਾਂ ਔਰ ਕੋਈ ਵੀ ਜਿਹੜੇ ਐਜੂਕੇਸ਼ਨ
ਫੇਅਰ ਲੱਗਦੇ ਨੇ, ਮੈਂ ਉਹਨਾਂ ਦਾ ਹਿੱਸਾ ਜ਼ਰੂਰ ਬਣਦਾ ਤਾਂ ਕਿ ਸਾਨੂੰ ਅਪਡੇਟਡ ਇਨਫੋਰਮੇਸ਼ਨ ਮਿਲਦੀ ਰਹੇ। ਜੀ ਜੀ ਬਿਲਕੁਲ। ਸੋ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ। ਸੋ ਸਰ, ਅਗਰ ਸਟੂਡੈਂਟਸ ਜਾਂਦੇ ਨੇ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਸੀ, ਆਮ ਸ਼ੋਰ ਵੀ ਪਹਿਲਾਂ ਉਹ ਤਵੱਜੋ ਦੇਣਗੇ ਵੀ ਅਸੀਂ ਪਹਿਲਾਂ ਪਹੁੰਚੀਏ ਬਾਹਰਲੇ ਮੁਲਕਾਂ ਦੇ ਵਿੱਚ, ਬਟ ਉੱਥੇ ਜਦੋਂ ਪਹੁੰਚਣਗੇ ਵੀ ਤਾਂ ਡੂ ਯੂ ਥਿੰਕ ਵੀ ਹਾਂਜੀ ਉਹਨਾਂ ਨੂੰ ਵੀ ਸੇਮ ਜਿੱਦਾਂ ਹੁਣ ਕੁਆਰੰਟਾਈਨ ਕੀਤਾ ਜਾਂਦਾ ਸੀਗਾ ਜਾਂ ਕੋਈ ਪ੍ਰੋਟੈਕਸ਼ਨ ਜਿਹੜੀ ਹੈਗੀ ਹੈ ਅੱਜ ਦੀ ਡੇਟ 'ਚ ਕਿਸੇ ਵੀ ਕੰਟਰੀ ਤੁਸੀਂ ਜਾਓਗੇ, ਕੈਨੇਡਾ ਹੋਏ, ਯੂਕੇ ਹੋਏ, ਜਰਮਨੀ ਹੋਏ, ਸੋ ਤੁਹਾਨੂੰ ਕੁਆਰੰਟਾਈਨ ਹੋਣਾ ਹੀ ਪਏਗਾ। ਜੀ ਸੋ ਅੱਜ ਦੀ ਡੇਟ 'ਚ ਜੋ ਅੱਜ ਦੀ ਸਿਚੁਏਸ਼ਨ ਹੈ ਕਿ 14 ਡੇਜ਼ ਕੁਆਰੰਟਾਈਨ ਕੈਨੇਡਾ ਨੇ ਕੀਤਾ ਹੋਇਆ, ਯੂਕੇ ਨੇ ਵੀ 14 ਡੇਜ਼ ਕੁਆਰੰਟਾਈਨ ਕੀਤਾ ਹੋਇਆ, ਜਰਮਨੀ ਨੇ ਵੀ 14 ਡੇਜ਼ ਕੁਆਰੰਟਾਈਨ ਕੀਤਾ ਹੋਇਆ ਕਿ ਜਦੋਂ ਵੀ ਬਾਰਡਰ ਖੁੱਲਣਗੇ ਔਰ ਜਿਹੜਾ ਵੀ ਪਹੁੰਚੇਗਾ ਉਹਨੂੰ ਕੁਆਰੰਟਾਈਨ ਹੋਣਾ ਹੀ ਪਏਗਾ। ਸੋ ਫਿਊਚਰ ਵਿੱਚ ਸੁਣਨ ਚ ਆ ਰਿਹਾ ਕਿ ਸ਼ਾਇਦ ਕੋਈ 에ਅਰਪੋਰਟ ਤੇ ਹੀ ਕਰੋਨਾ ਵਾਇਰਸ ਦਾ ਟੈਸਟ ਹੋਏਗਾ, ਉਹ ਫਾਸਟਰ ਰਿਜ਼ਲਟ ਆ ਜਾਏਗਾ, 5 ਮਿੰਟ 'ਚ ਉਹਦਾ ਰਿਜ਼ਲਟ ਆ ਜਾਏਗਾ। ਸੋ ਹੋ ਸਕਦਾ ਜਦੋਂ ਸਟੂਡੈਂਟ ਉੱਥੇ ਪਹੁੰਚੇਗਾ ਜਾਂ ਕੋਈ ਵੀ ਉੱਥੇ ਜਾਏਗਾ ਉਹਦਾ ਉਸ 에ਅਰਪੋਰਟ ਤੇ ਹੀ ਟੈਸਟ ਹੋਏ ਔਰ ਨਾਲ ਦੇ ਨਾਲ ਹੀ ਉਹਨੂੰ ਦੱਸ ਦਿੱਤਾ ਜਾਏ ਔਰ ਕੁਆਰੰਟਾਈਨ ਨਾ ਹੋਣਾ ਪਏ। ਸੋ ਇਹਦੇ ਬਾਰੇ ਅਪਡੇਸ਼ਨਸ ਆਣਗੀਆਂ, ਪਰ ਕੁਆਰੰਟਾਈਨ ਹੋਣਾ ਹੀ ਪਏਗਾ। ਔਰ ਜੇ ਤੁਸੀਂ ਬਾਹਰ ਜਾਣ ਬਾਰੇ ਸੋਚ ਚੁੱਕੇ ਹੋ, ਮਨ ਬਣਾ ਚੁੱਕੇ ਹੋ, ਆਈਲੈਟਸ ਦਾ ਟੈਸਟ ਕੀਤਾ ਹੈ ਨਹੀਂ ਕੀਤਾ, ਗਾਈਡੈਂਸ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਪਰਸਨਲੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ, ਮੇਰੇ ਨਾਲ ਪਰਸਨਲੀ ਗੱਲ ਕਰਨਾ ਚਾਹੁੰਦੇ ਹੋ ਤਾਂ ਈਮੇਲ ਕਰੋ info@landmarkimmigration.com ਤੇ ਮੈਂ ਪਰਸਨਲੀ ਤੁਹਾਡਾ ਕੇਸ ਅਸੈਸ ਕਰਾਂਗਾ। ਜੇ ਤੁਸੀਂ ਮੇਰੇ ਨਾਲ ਗੱਲ ਵੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਫੋਨ ਨੰਬਰ ਛੱਡੋ ਉੱਥੇ ਐਂਡ ਆਈ ਵਿਲ ਕਾਲ ਯੂ ਬੈਕ, ਡਿਸਕਸ ਵਿਦ ਯੂ ਕਿ ਤੁਸੀਂ ਕੀ ਗਾਈਡੈਂਸ ਚਾਹੁੰਦੇ ਹੋ, ਕਿੱਦਾਂ। ਸਾਡੀ ਟੀਮ, ਸਾਡੇ ਜਿੰਨੇ ਵੀ ਦਫ਼ਤਰ ਹੈਗੇ ਆ ਮੋਗਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਚੰਡੀਗੜ੍ਹ, ਮੋਹਾਲੀ, ਦਿੱਲੀ, ਵਡੋਦਰਾ, ਲਿਮਿਟਿਡ ਟਾਈਮਸ ਦੇ ਵਿੱਚ ਓਪਨ ਹੋ ਚੁੱਕੇ ਹੈ। ਤੁਸੀਂ ਅਪਾਇੰਟਮੈਂਟ ਲੈ ਕੇ ਵਿਜ਼ਿਟ ਵੀ ਕਰ ਸਕਦੇ ਹੋ। ਜੇ ਤੁਸੀਂ ਸਾਡੇ ਬ੍ਰਾਂਚ ਮੈਨੇਜਰਸ ਨਾਲ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਫੋਨ ਤੇ ਗੱਲ ਕਰ ਸਕਦੇ ਹੋ। ਔਰ ਜਿਹੜੀ ਵੀ ਬ੍ਰਾਂਚ ਤੁਹਾਨੂੰ ਨੇੜੇ ਪੈਂਦੀ ਹੈ ਤੁਸੀਂ ਆਪਣਾ ਉੱਥੋਂ ਕੇਸ ਅਪਲਾਈ ਕਰ ਸਕਦੇ ਹੋ। ਬਟ ਇਸ ਟਾਈਮ ਤੇ ਮੈਂ ਸਾਰੇ ਸਟੂਡੈਂਟਸ ਨੂੰ ਗਾਈਡ ਕਰਾਂਗਾ ਕਿ ਆਪਾਂ ਆਪਣਾ ਕੇਸ ਆਨਲਾਈਨ ਅਪਲਾਈ ਕਰੀਏ। ਸਾਰੀ ਇਨਫੋਰਮੇਸ਼ਨ ਆਨਲਾਈਨ ਹੈਗੀ ਹੈ, ਤੁਸੀਂ ਅਪਲਾਈ ਕਰੋ, ਆਫਰ ਲੈਟਰ ਤੁਹਾਡੇ ਤੱਕ ਪਹੁੰਚੇਗੀ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਸਰਵਿਸਿਜ਼ ਦੇ ਰਿਹਾ ਹੈ ਔਰ ਸਾਰੀਆਂ ਸਰਵਿਸਿਜ਼ ਆਪਣੇ ਸਟੂਡੈਂਟਸ ਨੂੰ ਪ੍ਰੋਵਾਈਡ ਕਰ ਰਿਹਾ ਹੈ ਘਰੋਂ ਬੈਠੇ ਹੋਏ। ਸੋ ਸਾਰੇ ਸਟੂਡੈਂਟਸ ਨੂੰ ਮੇਰੀ ਐਡਵਾਈਸ ਹੈਗੀ ਘਰ ਬੈਠੇ ਆਪਣਾ ਕੇਸ ਅਪਲਾਈ ਕਰੋ, ਕੋਈ ਸਟ੍ਰੈਸ ਨਾ ਲਓ, ਪੋਜ਼ਿਟਿਵ ਰਹੋ। ਜੇ ਤੁਸੀਂ ਬਾਹਰ ਜਾਣ ਦਾ ਸੁਪਨਾ ਦੇਖ ਚੁੱਕੇ ਹੋ ਤਾਂ ਉਹਨੂੰ ਪੂਰਾ ਕਰੋ। ਜੇ ਆਫਰ ਲੈਟਰ ਆਈ ਹੋਈ ਹੈ ਤਾਂ ਫੀਸ ਜਮ੍ਹਾਂ ਕਰਾਓ। ਜੇ ਆਫਰ ਲੈਟਰ ਨਹੀਂ ਆਈ ਹੋਈ ਹੈ ਅਪਲਾਈ ਕਰੋ ਆਉਣ ਵਾਲੇ ਇਨਟੇਕਸ 'ਚ। ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ, ਯੂਕੇ, ਕੈਨੇਡਾ, ਨਿਊਜ਼ੀਲੈਂਡ, ਆਇਰਲੈਂਡ, ਆਸਟ੍ਰੇਲੀਆ, USA, ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ, ਲੈਂਡਮਾਰਕ ਇਮੀਗ੍ਰੇਸ਼ਨ ਹਰ ਕੰਟਰੀ ਵਿੱਚ ਡੀਲ ਕਰਦਾ ਹੈ। ਹਰ ਕੰਟਰੀ ਵਿੱਚ ਸਰਕਾਰੀ ਕਾਲਜਾਂ ਨਾਲ ਹੀ ਡੀਲ ਕੀਤਾ ਜਾਂਦਾ ਹੈ ਤਾਂ ਕਿ ਸਟੂਡੈਂਟ ਨੂੰ 100% ਸਹੀ ਗਾਈਡੈਂਸ ਮਿਲ ਸਕੇ, 100% ਟਰਾਂਸਪੇਰੈਂਸੀ ਰੱਖੀ ਜਾ ਸਕੇ। ਜੇ ਤੁਸੀਂ ਸਾਡੇ ਕੋਲੋਂ ਅਪਲਾਈ ਕੀਤਾ ਔਰ ਸਰਵਿਸਿਜ਼ 'ਚ ਕੋਈ ਪ੍ਰੋਬਲਮ ਆ ਰਹੀ ਹੈ, ਕਾਈਂਡਲੀ ਸੈਂਡ ਮੀ ਐਨ ਈਮੇਲ ਵਿਦ ਯੋਰ ਫਾਈਲ ਨੰਬਰ। ਤੁਹਾਨੂੰ ਇੱਕ ਫਾਈਲ ਨੰਬਰ ਮਿਲਿਆ ਹੋਏਗਾ, ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅਪਲਾਈ ਕੀਤਾ ਹੈ, ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਆਪਣੇ ਫਾਈਲ ਨੰਬਰ ਦੇ ਨਾਲ ਈਮੇਲ ਭੇਜੋ info@landmarkimmigration.com ਤੇ ਐਂਡ ਵੀ ਵਿਲ ਟਰਾਈ ਟੂ ਫਾਈਂਡ a solution to your problem as soon as possible। ਜੀ ਥੈਂਕ ਯੂ ਸੋ ਮਚ ਫॉर ਸੱਚ ਇਨਫੋਰਮੇਸ਼ਨ। ਤੇ ਇਸੇ ਦੇ ਨਾਲ ਜੀ ਹੁਣ ਮੈਨੂੰ ਵੀ ਦਿਓ ਇਜਾਜ਼ਤ ਤੇ ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ। ਵੇਖਦੇ ਰਹੋ ਜੀ ਸਾਡਾ ਇੱਕ ਖਾਸ ਪ੍ਰੋਗਰਾਮ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ। ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਨਾਲ ਹੀ ਜੀ ਉਹ ਸਾਰੇ ਸਟੂਡੈਂਟਸ ਦੇ ਨਾਲ ਹੁਣ ਗੱਲਬਾਤ ਕਰ ਲੈਣੇ ਜਿਨ੍ਹਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਹਾਸਲ ਕੀਤੀਆਂ ਨੇ। ਕਿੱਦਾਂ ਦਾ ਐਕਸਪੀਰੀਅੰਸ ਰਿਹਾ ਜੀ ਇਹਨਾਂ ਦਾ, ਆਓ ਜਾਣਦੇ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਰਸ਼ਦੀਪ ਕੌਰ ਮੰਡੇਰ ਹੈ। ਮੈਂ ਕੁਰਾਲੀ ਦੀ ਰਹਿਣ ਵਾਲੀ ਹਾਂ ਤੇ ਮੈਂ ਲਾਸਟ ਈਅਰ ਆਪਣੀ +2 ਪਾਸ ਕੀਤੀ ਸੀਗੀ ਵਿਦ 60% ਮਾਰਕਸ ਨਾਲ। ਤੇ ਮੈਂ ਟੀ-ਜ਼ੋਨ ਵਿੱਚ ਆਈ ਸੀਗੀ ਤੇ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸੀਗਾ ਟੀ-ਜ਼ੋਨ ਕਾਲਜ ਦਾ ਐਂਡ ਤੇ ਮੇਰਾ ਵੀਜ਼ਾ ਆ ਗਿਆ ਸੀਗਾ ਤੇ ਹੁਣ ਮੈਂ ਬਹੁਤ ਖੁਸ਼ ਹਾਂ। ਪ੍ਰਿਤਪਾਲ ਸਿੰਘ ਹੈ ਐਂਡ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਤੇ ਮੈਨੂੰ ਆਪਣੇ ਰਿਲੇਟਿਵਸ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਬਾਰੇ ਪਤਾ ਲੱਗਾ ਤੇ ਮੈਂ ਤੁਰੰਤ ਹੀ ਉਹਨਾਂ ਕੋਲ ਪਹੁੰਚਿਆ ਤੇ ਉਹਨਾਂ ਨੇ ਫਾਈਲ ਦੇਖੀ ਐਂਡ ਮੇਰੇ ਜਿੱਦਾਂ ਕਿ ਪੰਜਾਬ ਬੋਰਡ ਦੇ ਵਿੱਚ 70% ਮਾਰਕਸ਼ੀਟ ਸੀ 12th ਚੋਂ ਐਂਡ 6.5 ਫਾਈਲਰਸ ਤੋਂ ਵੈਨ ਹੀ ਨੋਟ ਲੈਸ ਦੈਨ 5.5 ਐਂਡ ਸੋ ਮੈਂ ਆਪਣੀ ਫਾਈਲ ਇਹਨਾਂ ਕੋ ਲਗਵਾਈ ਐਂਡ ਮੇਰੀ 1 ਜਨਵਰੀ ਦੀ ਰਿਫਿਊਜ਼ਲ ਸੀ ਤੇ ਸੋ ਮੈਂ ਆਪਣਾ 21 ਡੇ ਦੇ ਵਿੱਚ ਆਪਣਾ ਸਕਸੈਸਫੁਲੀ ਵੀਜ਼ਾ ਲਿਆ ਇਹਨਾਂ ਕੋ ਐਂਡ ਇਹਨਾਂ ਨੇ ਬਹੁਤ ਵਧੀਆ ਮੇਰੀ ਹੈਲਪ ਕੀਤੀ ਐਂਡ ਸਕਸੈਸਫੁਲੀ ਵੀਜ਼ਾ ਆ ਗਿਆ ਮੇਰਾ ਲਾਸਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਵੀਰ ਸਿੰਘ ਹੈ, ਮੈਂ ਬਠਿੰਡਾ ਦਾ ਰਹਿਣ ਵਾਲਾ ਹੈ। ਮੈਂ 2014 ਦੇ ਵਿੱਚ ਗ੍ਰੈਜੂਏਸ਼ਨ ਦੀ ਪਾਸ ਆਊਟ ਕੀਤੀ ਸੀ। ਇਸ ਤੋਂ ਬਾਅਦ ਮੈਂ ਬਾਹਰ ਜਾਣਾ ਚਾਹੁੰਦਾ ਸੀਗਾ ਤਾਂ ਮੈਨੂੰ ਲੈਂਡਮਾਰਕ ਬਾਰੇ ਪਤਾ ਲੱਗਿਆ। ਮੈਂ ਮੋਗਾ ਜਾ ਕੇ ਆਪਣੀ ਫਾਈਲ ਜਿਹੜੇ ਕਾਉਂਸਲਰ ਕੋਲ ਅਪਲਾਈ ਕੀਤੀ ਤੇ ਹੁਣ ਮੇਰਾ ਵੀਜ਼ਾ ਆ ਚੁੱਕਿਆ ਤੇ ਮੈਂ ਬਹੁਤ ਖੁਸ਼ ਹਾਂ।
ਜੀ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।